ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਟੀ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ? ਠੀਕ ਠਾਕ ਹੋ? ਬੜੀ ਕਿਰਪਾ ਜੀ, ਤੁਸੀਂ ਸੁਣਾਓ। ਕਹਿੰਦੇ ਨੇ ਕਿ 29 ਮਾਰਚ 1699 ਦੀ ਵਿਸਾਖੀ 29 ਮਾਰਚ ਸੀ ਉਦੋਂ ਜਦੋਂ ਸਾਹਿਬ ਆਲਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਪੰਥਵਾਲੀ ਸਰਬੰਸਦਾਨੀ ਖਾਲਸਾ ਸਾਜਦੇ ਨੇ। ਉਦੋਂ 29 ਮਾਰਚ ਤੇ 1699 ਦੀ ਵਿਸਾਖੀ ਹੈ। 22 ਧਾਰ ਦੇ ਰਾਜਿਆਂ ਦੇ ਨਾਲ ਕੋਈ ਹੋਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੀ ਲੜਾਈ ਨਹੀਂ ਹੈ। ਸਿਰਫ ਤੇ ਸਿਰਫ ਇਹ ਹੈ ਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ। ਉਹ ਕਹਿੰਦੇ ਸੀ ਸਾਡੇ ਨਾਲ ਬੈਠੋ, ਅਸੀਂ ਖੱਤਰੀ ਹਾਂ, ਤੁਸੀਂ ਖੱਤਰੀ, ਆਪਾਂ ਬਰਾਬਰ ਤੇ ਬੈਠੀਏ। ਆਹ ਜਿਹੜੇ ਨੀਵੀਆਂ ਜਾਤਾਂ ਵਾਲੇ ਨੇ ਇਹਨਾਂ ਨੂੰ ਤੁਸੀਂ ਆਪਣੇ ਬਰਾਬਰ ਬਿਠਾਉਂਦੇ ਹੋ, ਸਾਨੂੰ ਸ਼ੋਭਾ ਨਹੀਂ ਦਿੰਦਾ। ਔਰ ਵੇਖੋ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਇਹ 22 ਧਾਰ ਦੇ ਜਿਹੜੇ ਹਿੰਦੂ ਉਸ ਵਕਤ ਦੇ ਰਾਜੇ ਨੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਵਿਰੁੱਧ ਭੁਗਤੇ ਨੇ। ਸਿਰਫ ਅਤੇ ਸਿਰਫ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜਿਹੜੇ ਨੇ ਉਹ ਪਹਿਲੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਹੜੇ ਬਾਰੇ ਆਪਾਂ ਗੱਲ ਕਰਾਂਗੇ ਅਗਲੇ ਹਿੱਸੇ ਦੇ ਵਿੱਚ। ਇੱਕ ਸਿਰ ਫੇਰੇ ਨੇ ਜੋ ਬਿਆਨ ਦਿੱਤਾ, ਸਿਰ ਫੇਰਾ ਕਾਹਦਾ, ਉਹਦੇ ਲਈ ਤਾਂ ਜੋ ਲਫ਼ਜ਼ ਵਰਤੇ ਜਾਣ ਮੁੜ ਵੀ ਉਹਨੂੰ ਉਹੀ ਲਫ਼ਜ਼ ਦਿੱਤੇ ਜਾਣ ਤਾਂ ਉਹ ਵੀ ਘੱਟ ਨੇ, ਗੱਲ ਕਰਾਂਗੇ ਬਾਅਦ ਦੇ ਵਿੱਚ। ਪਰ ਇੱਥੇ ਖੰਡੇ ਬਾਟੀ ਦੀ ਜਦੋਂ ਹੁਣ ਪੌਲ ਛਕਾਈ ਜਾਂਦੀ ਹੈ ਕਈਆਂ ਥਾਵਾਂ ਦੇ ਉੱਤੇ, ਮਾਫ਼ ਕਰਨਾ ਇਹ ਗੱਲ ਨੂੰ ਕਈ ਵੀਰ ਗੁੱਸਾ ਕਰ ਲੈਂਦੇ ਨੇ, ਗੁੱਸਾ ਕਰਨ ਵਾਲੀ ਨਹੀਂ ਹੈ। ਜੇ ਤਾਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੂੰ ਮੰਨਦੇ ਹੋ ਆਪਣਾ ਬਾਪੂ, 1430 ਪਾਵਨ ਪਵਿੱਤਰ ਪੰਨਿਆਂ ਨੂੰ ਮੰਨਦੇ ਹੋ ਕਿ ਅਸੀਂ ਇਸ ਦੇ ਲੜ ਲੱਗੇ ਹਾਂ, ਗੁਰੂ ਨਾਨਕ ਮਹਾਰਾਜ ਨੂੰ ਮੰਨਦੇ ਹੋ ਆਪਣਾ ਰਹਿਬਰ, ਤਾਂ ਫਿਰ ਉਹਦੀ ਜਿਹੜੀ ਸਿੱਖਿਆ ਵਾ ਉਹ ਸਾਡੀ ਜਾਤ ਪਾਤ ਖਤਮ ਕਰਦੀ ਹੈ। ਸਾਰੇ ਨਾ ਆਪਣੇ ਤੇ ਲਾਇਓ, ਜਿਹੜੇ ਕਰਦੇ ਨਹੀਂ ਇਹ ਉਹਨਾਂ ਵਾਸਤੇ ਹੈ। ਇਹ ਪਤਾ ਲੱਗਾ ਕਿ ਨਿਹੰਗ ਸਿੰਘਾਂ ਦੀ ਪਹਿਲੀ ਜਿਹੜੀ ਮਹਾ ਪੰਚਾਇਤ ਦੇ ਵਿੱਚ ਜਿਹੜੇ 2 ਬਾਟੇ, ਭਾਵ ਖੰਡੇ ਬਾਟੇ ਦੀ ਜਦੋਂ ਪਹੁਲ ਛਕਾਈ ਜਾਂਦੀ ਹੈ 2 ਬਾਟੇ ਤਿਆਰ ਕਰ ਦਿੱਤੇ ਜਾਂਦੇ ਨੇ। ਪਰ ਕਲਗੀਆਂ ਵਾਲੇ ਬਾਪੂ ਨੇ ਤਾਂ ਇੱਕੋ ਹੀ ਬਾਟਾ ਬਣਾਇਆ ਸੀ ਉਸ ਵਕਤ ਜਦੋਂ 5 ਪਿਆਰੇ ਸਾਜੇ ਸੀ, ਦੂਜਾ ਬਾਟਾ ਨਹੀਂ ਸੀ। ਇਹ ਨਹੀਂ ਸੀ ਕਿਹਾ ਕਿ ਬਈ ਭਾਈ ਦਿਆ ਸਿਆਂ ਤੂੰ ਆਪਣਾ, ਭਾਈ ਸਾਹਿਬ ਸਿੰਘ ਜੀ ਤੁਸੀਂ ਆਪਣਾ ਬਣਾਉਣਾ ਹੈ, ਨਾ ਨਾ ਇੱਦਾਂ ਨਹੀਂ ਸੀ ਕਿਹਾ। ਭਾਈ ਮੋਹਕਮ ਸਿੰਘ ਜੀ ਤੁਸੀਂ ਆਪਣਾ ਬਣਾਉਣਾ ਹੈ ਕਿਉਂਕਿ ਤੁਸੀਂ ਦੂਸਰੀ ਬਰਾਦਰੀ ਦੇ ਹੋ, ਦੂਸਰੀ ਬਰਾਦਰੀ 'ਚੋਂ ਤੀਜੀ ਬਰਾਦਰੀ 'ਚੋਂ, ਇੱਦਾਂ ਨਹੀਂ ਸੀ। ਉਹਨੇ ਖੰਡੇ ਬਾਟੇ ਦੀ ਪੌਲ ਇੱਕੋ ਵਿਧੀ ਦੇ ਨਾਲ ਤਿਆਰ ਕੀਤੀ ਸੀ ਅਤੇ ਇੱਕੋ ਵਿਧੀ ਦੇ ਨਾਲ ਪਿਆਈ ਸੀ। ਪਰ ਇੱਥੇ 2 ਬਾਟੇ ਕਰਨ ਵਾਲਿਆਂ ਨੂੰ ਹੁਣ ਚੇਤਾਵਨੀ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਲਿਆ ਆੜੇ ਹੱਥੀ। ਨਿਹੰਗਾਂ ਦੇ 2 ਜਥੇ ਦੀਵਾਲੀ ਤੋਂ ਬਾਅਦ ਜਾਣਗੇ ਪੰਜਾਬ ਦੇ ਹਰ ਪਿੰਡ। ਕੀ ਕਹਿਣਾ ਚਾਹੋਗੇ? ਜਿਹੜੀ ਸਿੰਘੂ ਬਾਰਡਰ ਤੇ ਅੱਜ ਪੰਚਾਇਤ ਹੋਈ ਆ ਜੀ, ਮਹਾ ਪੰਚਾਇਤ ਹੋਈ ਆ, ਉਹਨਾਂ ਪਹਿਲਾਂ ਐਲਾਨ ਕੀਤਾ ਸੀ ਕਿ 27 ਤਰੀਕ ਨੂੰ ਸਾਡੀ ਮਹਾ ਪੰਚਾਇਤ ਉੱਥੇ ਹੋਵੇਗੀ। ਚੰਗੇ ਫੈਸਲੇ ਲੈ ਗਏ ਨੇ, ਬਹੁਤ ਵਧੀਆ ਫੈਸਲੇ ਲੈ ਗਏ ਨੇ। ਪਹਿਲੀ ਗੱਲ ਤੇ ਉਹਨਾਂ ਕਿਹਾ ਵੀ ਸਾਡੇ 2 ਜਥੇ ਤੁਰਨਗੇ ਇੱਥੋਂ ਤੇ 2 ਜਥੇ ਹਰ ਪਿੰਡ ਦੇ ਜਾਣਗੇ, ਜਾ ਕੇ ਪਤਾ ਕਰਨਗੇ ਕਿ ਕਿਸ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਨਿਗਰਾਨੀ ਕੀਤੀ ਜਾਂਦੀ ਹੈ ਤੇ ਕਿੱਥੇ ਸਾਫ਼ ਸੰਭਾਲੀ ਨਹੀਂ ਕੀਤੀ ਜਾਂਦੀ। ਬਿਲਕੁਲ ਸਹੀ। ਜਿੱਥੇ ਵੀ ਉਹਨਾਂ ਨੂੰ ਇਹ ਮਹਿਸੂਸ ਹੋਇਆ ਵੀ ਇੱਥੇ ਸਾਫ਼ ਸੰਭਾਲ ਲਈ, ਉੱਥੇ ਹੱਥ ਜੋੜ ਕੇ ਉਹਨੂੰ ਕਿਹਾ ਜੀ ਕਿ ਭਾਈ ਤੁਹਾਡੇ ਵਾਸਤੇ ਰੋਗ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਭੀੜ ਲਗਾ ਰਹੇ। ਪਿੰਡ ਦੀ ਸਹਿਮਤੀ ਨਾਲ ਕੀਤਾ ਜਦੋਂ ਕੰਮ ਇਹ ਸੀ ਵੀ ਧੱਕੇਸ਼ਾਹੀ ਕੀਤੀ। ਸਤਿਕਾਰ ਕਮੇਟੀ ਵਾਲਿਆਂ ਦੂਸਰੀ ਸਤਿਕਾਰ ਕਮੇਟੀ ਉਧਰ ਹੀ ਕੀਤਾ ਜਾਏਗਾ। ਦੂਸਰੀ ਚੀਜ਼ ਉਹਨਾਂ ਜਿਹੜੀ ਗੱਲ ਕਹੀ ਸਭ ਤੋਂ ਵੱਡੀ, ਉਹਨੇ ਕਿਹਾ ਕਈ ਥਾਵਾਂ ਤੇ ਅੱਜ ਵੀ ਅੰਮ੍ਰਿਤ ਦੇ 2 ਬਾਟੇ ਬਣਦੇ। ਉਹਨੂੰ ਅੱਜ ਸਾਡਾ ਬਿਲਕੁਲ ਜਿਹੜੀ ਮਹਾਂ ਪੰਚਾਇਤ ਜਿਹੜੀ ਖਾਲਸਿਆਂ ਦੀ ਉਹ ਰੱਦ ਕਰਦੀ ਆ। ਜਿੱਥੇ ਵੀ ਕਿਤੇ ਅੰਮ੍ਰਿਤ ਛਕਾਇਆ ਜਾਂਦਾ ਹੋਊਗਾ ਉੱਥੇ 1 ਬਾਟਾ ਹੋਊਗਾ। 1 ਬਾਟੇ ਸਾਰੇ ਮਾਨਸ ਦੀ ਜਾਤ ਸਭ ਇੱਕ ਪਹਿਚਾਣ ਵਿੱਚ ਜੋ ਸਾਨੂੰ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਉਹਦੇ ਮੁਤਾਬਕ ਉਹਦੀ ਵਰਤੋਂ ਕੀਤੀ ਜਾਊਗੀ। ਜਿਹੜੇ ਕੁਝ ਡੇਰੇ ਅੱਜ ਵੀ ਕਹਿੰਦੇ ਆ ਜੀ ਆਹ ਜਿਹੜਾ ਲੰਗਰ ਫਲਾਣੇ ਦਾ ਜਾਂ ਢਿੰਗੜੇ ਦਾ, ਉਹ ਬੰਦੇ ਦੇ ਪੁੱਤ ਬਣ ਜਾਣ। ਸਾਡੀਆਂ ਟੀਮਾਂ ਉੱਥੇ ਵੀ ਜਾਣਗੀਆਂ। ਪਹਿਲਾਂ ਤਾਂ ਉਹਨਾਂ ਨੂੰ ਹੱਥ ਜੋੜਨਗੀਆਂ, ਜੇ ਤੇ ਨਾ ਆਖੇ ਲੱਗੇ ਤੇ ਫਿਰ ਸਲੁੱਤਰ ਹੀ ਫੇਰਾਂਗੇ। ਇਹ ਵੀ ਨਾਲ ਉਹਨਾਂ ਨੇ ਐਲਾਨ ਕਰ ਦਿੱਤਾ। ਤੀਸਰੀ ਚੀਜ਼ ਉਹਨਾਂ ਗੱਲ ਕੀਤੀ ਕਿ ਜਿਹੜਾ ਵੀ ਸਾਡੇ ਕੋਲੇ ਕਾਬੂ ਆ ਗਿਆ ਬੇਅਦਬੀ ਕਰਦਾ, ਕਿ ਅਸੀਂ ਬੜਾ ਕੁਛ ਵੇਖ ਲਿਆ ਹੁਣ ਤੱਕ ਜਿੰਨੀਆਂ ਵੀ ਬੇਅਦਬੀਆਂ ਹੋਈਆਂ। ਸਭ ਤੋਂ ਵੱਡੀ ਗੱਲ ਰਾਜਾ ਰਾਮ ਸਿੰਘ ਨੇ ਜਿਹੜੀ ਗੱਲ ਕਹੀ ਆ, ਰਾਜ ਸਿੰਘ ਨੇ ਗੱਲ ਕਹੀ ਆ, ਉਹ ਕਹਿੰਦਾ ਵਾ ਵੀ ਜੇ 1967 ਦੇ ਵਿੱਚ ਸੰਤ ਫੇਰੂਮਨ ਸਨ,
ਜਿਹੜੇ ਫਿਰੂਮਾਨ ਦਸ਼ਮੇਸ਼ ਸਿੰਘ ਫਿਰੂਮਾਨ 1969 ਦੇ ਵਿੱਚ ਉਹਨੇ ਆਪਣੀ ਭੁੱਖ ਹੜਤਾਲ ਰੱਖੀ ਹੈ ਤੇ ਪ੍ਰਾਣ ਤਿਆਗੇ ਛੱਡ ਦਿੱਤੀ। ਉਦੋਂ ਸਰਕਾਰ ਕਿਹਦੀ ਸੀ? ਅਕਾਲੀਆਂ ਦੀ। ਤੇ ਜਦੋਂ 1978 ਵਿੱਚ ਕਾਂਡ ਹੁੰਦਾ ਵਾ ਨਿਰੰਕਾਰੀ ਕਾਂਡ, ਤੋਂ ਸਰਕਾਰ ਕੀਤੀ ਸੀ ਅਕਾਲੀਆਂ ਦੀ। 1999 ਕਾਂਡ ਜਿਹੜਾ ਅਜੇ ਤੱਕ ਸਿਰ ਲੁੱਟਿਆ ਚੁੱਕਿਆ ਸੀ, ਉਹਨਾਂ ਅੱਜ ਜ਼ਾਹਰ ਕੀਤਾ। ਉਹਨੇ ਕਿਹਾ ਕਿ ਢੱਕੀ ਸਾਹਿਬ ਵਾਲੇ ਬਾਬਾ ਦਰਸ਼ਨ ਸਿੰਘ ਹੋਰਾਂ ਦੇ ਡੇਰੇ ਤੇ ਬਕਾਇਦਾ ਚੌਕੇ ਬਾਬੇ ਦੀ ਕੁੱਟਮਾਰ ਕੀਤੀ ਗਈ, ਉਹਦੇ ਚੇਲਿਆਂ ਦੀ ਕੁੱਟਮਾਰ ਕੀਤੀ ਗਈ, ਉਹਦੇ ਤੇ ਮੁਕੱਦਮੇ ਬਣਾਏ ਗਏ ਤੇ ਉੱਥੇ 500 ਧਾਰਮਿਕ ਪੋਥੀਆਂ ਸਾੜ ਦਿੱਤੀਆਂ ਗਈਆਂ। ਤੇ ਮੁੜ ਕੇ 2015 ਦੇ ਵਿੱਚ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ, ਉਦੋਂ ਸਰਕਾਰ ਕਿਹਦੀ ਸੀ? ਅਕਾਲੀਆਂ। ਕਹਿੰਦਾ ਕਿਹਨੂੰ ਅਸੀਂ ਜਾ ਕੇ ਗਾਲਾਂ ਕੱਢੀ, ਕਿਹਨੂੰ ਮਾੜਾ ਕਹੀਏ? ਕੀ ਸਾਹਿਬ ਦੇ ਬਾਬੇ ਦਾ ਕੀ ਕਿਰਦਾਰ ਅਸੀਂ ਤੇ ਕੋਈ ਬਿਲਕੁਲ ਨਹੀਂ ਕੋਈ ਟਿੱਪਣੀ ਕਰਦੇ। ਉਹਦੇ ਤੇ ਜੋ ਕਿ ਕਾਨੂੰਨੀ ਕਾਰਵਾਈ ਕਰਨੀ ਕਰਨ, ਲੇਕਿਨ ਜਿਹੜੀਆਂ ਧਾਰਮਿਕ ਪੋਥੀਆਂ ਪਈਆਂ ਸੀ ਉਹਨਾਂ ਦਾ ਕੀ ਕਸੂਰ ਸੀ? ਉੱਥੇ ਕੋਈ ਸਾੜੀ ਇਹ ਬਾਬਾ ਰਾਜਾ ਰਾਜ ਸਿੰਘ ਨੇ ਗੱਲ ਕਹੀ ਉੱਥੇ ਬਕਾਇਦਾ। ਕਹਿੰਦਾ ਵੀ SGPC ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਨੂੰ ਬਕਾਇਦਾ ਚਾਹੀਦਾ ਸੀ ਵੀ ਜਿਹੜਾ ਨੋਟਿਸ ਅੱਜ ਅਸੀਂ ਲਿਆ ਉਹ ਨੋਟਿਸ ਲੈਂਦੇ। ਉਹਨਾਂ ਬਿਲਕੁਲ ਕਦੀ ਨੋਟਿਸ ਨਹੀਂ ਲਿਆ। ਲੇਕਿਨ ਅੱਜ ਇੱਥੋਂ ਅਸੀਂ ਵੰਗਾਰ ਕੇ ਐਲਾਨ ਕਰਦੇ ਹਾਂ ਵੀ ਭਾਈ ਜਿਹੜਾ ਵੀ ਬੰਦਾ ਇਸ ਸਾਡੇ ਪੰਥ ਦੇ ਵਿੱਚ ਦਫੇੜ ਪਾਉਂਦਾ ਨਜ਼ਰ ਆਇਆ ਆਪਣਾ ਪੜ੍ਹਿਆ ਵਿਚਾਰ ਲਈ, ਫਿਰ ਉਹਦੇ ਨਾਲ ਜਿਹੜੀ ਨਿਹੰਗ ਸਿੰਘ ਜਥੇਬੰਦੀਆਂ ਉਸੇ ਦਿਨ ਦੱਸਣਗੀਆਂ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕੜਾਈ ਪਾ ਕੇ ਤਲਿਆ ਸੀ ਨਾ ਮਸੰਦਾਂ ਨੂੰ, ਉਹ ਦਿਨ ਦਿਸਣੇ ਜੀ ਮਸੰਦਾਂ ਨੂੰ ਵੌਇਸ ਆਫ ਸਿਟੀ ਉਹਨਾਂ ਮਸੰਦਾਂ ਵਾਲਾ ਵਿਆਹ ਕੀਤਾ ਜਾਊਗਾ ਜੀ। ਸਾੜੇ ਸੀ ਜੇ ਉਹਨਾਂ ਨੇ ਇੰਨੀ ਗੱਲ ਕਹੀ ਆ, ਸਖਤੀ ਨਾਲ ਗੱਲ ਕਹੀ ਆ, ਸ਼੍ਰੋਮਣੀ ਕਮੇਟੀ ਨੂੰ ਉਹਨਾਂ ਦੇ ਬਕਾਇਦਾ ਤੌਰ ਤੇ ਐਲਾਨ ਦਾ ਸਵਾਗਤ ਕਰਨਾ ਚਾਹੀਦਾ। ਪਰ ਨਹੀਂ ਕਰਨਗੇ। ਉਹਨਾਂ ਤੇ ਸੌਦਾ ਸਾਹਿਬ ਨੂੰ ਮਾਫੀਆਂ ਵੀ ਦੇਣੀਆਂ ਵਾ, ਉਹਨਾਂ ਦੇ ਝੋਲੇ ਵੀ ਪਾਉਣੇ ਆ, ਉਹਦੀਆਂ ਵੋਟਾਂ ਵੀ ਲੈਣੀਆਂ ਵਾ, ਉਹਨਾਂ ਨੂੰ ਉਹਨਾਂ ਦੇ ਬਾਕੀ ਸਾਰੇ ਕੰਮ ਕਰਨੇ, ਉਹਦੀਆਂ ਫਿਲਮਾਂ ਵੀ ਚਲਾਉਣੀਆਂ ਕੋਲੋਂ ਪੈਸੇ ਖਰਚ ਕਰਕੇ, ਤੇ ਉਹ ਕਿਉਂ ਉਹਦੀ ਸਵਾਗਤ ਕਰਨਗੇ? ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਕੇ ਉਹਨਾਂ ਨੇ ਕੁਝ ਐਲਾਨ ਤੇ ਬੜੇ ਵਧੀਆ ਕੀਤੇ ਆ, ਕੁਝ ਕਾਨੂੰਨ ਨੂੰ ਹੱਥ ਲੈਣੇ ਵਾਲੇ ਕੀਤੇ ਆ। ਚਲੋ ਉਹਦੇ ਤੇ ਜਦੋਂ ਬਹਿ ਕੇ ਵਿਚਾਰ ਹੋਊਗੀ, ਵਿਚਾਰ ਹੋ ਸਕਦੀ, ਗੱਲ ਨਹੀਂ ਹੋ ਸਕਦੀ। ਰਾਮ ਰਹੀਮ ਦੀ ਤੁਸੀਂ ਜ਼ਿਕਰ ਕੀਤਾ ਕਿ ਚਲੋ ਉਹਦੀਆਂ ਫਿਲਮਾਂ ਵੀ ਲਾਉਣੀਆਂ, ਮਾਫ ਵੀ ਕਰਨਾ। ਚੰਦੂ ਮਾਜਰੇ ਵਰਗਿਆਂ ਨੇ ਵੱਡੀਆਂ ਵੱਡੀਆਂ ਫਲੈਕਸ ਅਖਬਾਰਾਂ ਦੇ ਵਿੱਚ ਇਸ਼ਤਿਹਾਰ, ਗੁਰੂ ਦੀ ਗੋਲਕ ਦਾ ਪੈਸਾ ਜਿਹੜਾ ਦਿੱਤਾ ਜਾਣਾ ਵੀ ਬੱਲੇ ਬੱਲੇ ਇਤਿਹਾਸਕ ਫੈਸਲਾ। ਖੈਰ ਤੁਸੀਂ ਕਹਿੰਦੇ ਨੇ ਧੂਤੇ ਨਾ ਕਹੋ, ਮੈਂ ਨਹੀਂ ਕਹਿੰਦਾ। ਰਾਮ ਰਹੀਮ ਨੇ ਅਗਾਊਂ ਜ਼ਮਾਨਤ ਲਈ ਲਗਾਈ ਹੈ ਹਾਈ ਕੋਰਟ ਵਿੱਚ ਅਰਜੀ। ਫਰੀਦਕੋਟ ਦੀ ਅਦਾਲਤ ਵੱਲੋਂ ਦਿੱਤੇ ਪ੍ਰੋਡਕਸ਼ਨ ਵਾਰੰਟ ਨੂੰ ਰੱਦ ਕਰਾਉਣ ਲਈ 20 ਭਲਕੇ ਅਰਜੀ ਲਾਈ ਜਾਵੇਗੀ। ਕੀ ਕਹਿਣਾ ਚਾਹੋਗੇ? ਬਕਾਇਦਾ ਤੌਰ ਤੇ ਜਦੋਂ ਫਰੀਦਕੋਟ ਦੀ ਅਦਾਲਤ ਤੇ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤੇ ਕਿ ਇਹ ਕੰਧ ਤੇ ਲਿਖਿਆ ਸੱਚ ਆ ਕਿ ਉਹਨੂੰ ਉੱਥੋਂ ਲਿਆਉਣਾ ਸੌਖਾ ਨਹੀਂ। ਉਹਨੂੰ ਲੈ ਆਉਣ ਰਸਤੇ 'ਚ ਕੋਈ ਘਟਨਾ ਵਾਪਰ ਜੇ, ਉਹਦੇ ਚੇਲੇ ਜਿਹੜੇ 2-4 ਜਣ ਬਹਿ ਕੇ ਗੱਡੀ ਤੇ ਹਮਲਾ ਕਰ ਦੇਣ, ਉੱਥੇ ਗੋਲੀ ਚੱਲਦੇ, ਬੰਦਾ 100-150 ਬਣ ਜਾਏ, ਕੌਣ ਜ਼ਿੰਮੇਵਾਰ ਬਣੂਗਾ? ਬਿਲਕੁਲ। ਇਸ ਕਰਕੇ ਹਾਲ ਦੀ ਕੜੀ ਉਹਨੇ ਆਪਣੇ ਬਚਾਉ ਲਈ ਵੀ ਤੇ ਹਾਲਾਤਾਂ ਲਈ ਵੀ ਉਹਨੇ ਬਕਾਇਦਾ ਤੌਰ ਤੇ ਇੱਕ ਐਂਟੀਸਪੇਟਰੀ ਬੇਲ ਲਾ ਦਿੱਤੀ ਅਦਾਲਤ ਦੇ ਵਿੱਚ, ਜਿਹਦੇ ਤੇ ਸੁਣਵਾਈ ਕੱਲ ਹੋਏਗੀ। ਕੱਲ ਸੁਣਵਾਈ ਤੋਂ ਬਾਅਦ, ਕਿਉਂਕਿ 29 ਤਰੀਕ ਨੂੰ ਬਕਾਇਦਾ ਤੌਰ ਤੇ ਕਿਹਾ ਗਿਆ ਵਾ, 29 ਪਰਸੋਂ 29 ਨੂੰ ਕਿਹਾ ਗਿਆ ਵੀ ਲਿਆ ਕੇ ਉਹਨੂੰ ਅਦਾਲਤ 'ਚ ਪੇਸ਼ ਕਰੋ। ਕੱਲ ਸੁਣਵਾਈ ਹੋਏਗੀ। ਜੇ ਕਿਤੇ ਕੱਲ ਐਂਟੀਸਪੇਟਰੀ ਉਹਨੂੰ ਬੇਲ ਮਿਲ ਜਾਂਦੀ ਹੈ ਤੇ ਫਿਰ ਉਹਦੀ ਗ੍ਰਿਫਤਾਰੀ ਉੱਥੋਂ ਲਿਆਂਦਾ ਨਹੀਂ ਜਾਏਗਾ। ਦੂਸਰੀ ਚੀਜ਼, ਜਿਹੜੇ ਪ੍ਰੋਡਕਸ਼ਨ ਵਾਰੰਟ ਬਕਾਇਦਾ ਤੌਰ ਤੇ ਅਦਾਲਤ ਤੇ ਜਾਰੀ ਕੀਤੇ, ਉਹਨਾਂ ਨੂੰ ਵੀ ਹਾਈ ਕੋਰਟ ਵਿੱਚ ਚੈਲੰਜ ਕੀਤਾ ਜਾਏਗਾ ਕੱਲ ਜੀ। ਇਹ ਰੱਦ ਕੀਤੇ ਜਾਣੇ ਵਾਰੰਟ ਗਲਤ ਆ। ਬਾਬੇ ਦਾ ਕੋਈ ਹੈਗਾ ਜਿਹਦਾ ਕੀਤਾ ਉਹ ਜੇਲ੍ਹ 'ਚ ਨੇ। 2 ਐਪਲੀਕੇਸ਼ਨਾਂ, ਇੱਕ ਜਲਾ ਦਿੱਤੀ ਗਈ ਹੈ, ਇੱਕ ਕੱਲ ਜਲਾ ਦਿੱਤੀ ਜਾਊਗੀ। ਸੌਦਾ ਸਾਧ ਨੇ ਆਪਣੇ ਭਾਵੇਂ ਬਚਾਅ ਲਈ ਲਾਈ ਆ, ਭਾਵੇਂ ਕਿਸੇ ਤਰੀਕੇ ਨਾਲ ਲਾਈ ਆ, ਲੇਕਿਨ ਮੈਂ ਸੋਚਦਾ ਮੈਂ ਵੀ ਇਹ ਚੰਗੀ ਗੱਲ ਆ। ਜੇ ਉਹਨੂੰ ਲਿਆਉਂਦੇ ਹੋਏ ਕੋਈ ਘਟਨਾ ਵਾਪਰ ਗਈ ਤੇ ਨੁਕਸਾਨ ਬਹੁਤ ਹੋ ਸਕਦਾ ਵਾ, ਕਿਉਂਕਿ ਉਹ ਪਾਗਲ ਲੋਕ ਨੇ। ਤੇ ਉਹਨੂੰ ਸਜ਼ਾ ਹੋ ਗਈ ਤੇ 29 ਕੇ ਕਿੰਨੇ ਬੰਦੇ ਮਰੇ ਸੀ ਉਹਦੇ ਆਪਣੇ ਪੰਚਕੂਲੇ 'ਚ, ਬਾਕੀ 15 ਬਾਹਰ ਮਰੇ।
ਪਰ ਜਦੋਂ ਜੇਲ੍ਹ ਤੋਂ ਰਿਹਾ ਹੋ ਕੇ ਉਹ ਆਉਂਦਾ ਵਾ ਹਸਪੀਟਲ ਦੇ ਵਿੱਚ, ਉਦੋਂ ਨਹੀਂ ਪਤਾ ਲੱਗਣ ਦਿੱਤਾ ਜਾਂਦਾ। ਤੇ ਬੜਾ ਕੁਝ ਸਰਕਾਰਾਂ ਜਿਹੜੀਆਂ ਨੇ ਉਹ ਆਪਣੇ ਲੈਵਲ 'ਤੇ ਕਰ ਜਾਂਦੀਆਂ ਨੇ। ਪਰ ਤੁਹਾਡੀ ਗੱਲ ਸਹੀ ਹੈ ਕਿ ਤਰੀਕ ਪੈਣੀ ਆ, ਉਦੋਂ ਉਹਦੇ ਜਿਹੜੇ ਪ੍ਰੇਮੀ ਨੇ, ਜਿਹਨਾਂ ਨੂੰ ਪਾਗਲ ਤੁਸੀਂ ਕਿਹਾ ਕਿ ਉਹਦੇ ਪਿਆਰ ਦੇ ਵਿੱਚ ਪਾਗਲ ਨੇ, ਉਹ ਜਦੋਂ ਉੱਥੇ ਪਹੁੰਚਣਗੇ ਤਾਂ ਕੋਈ ਹਰਕਤ ਹੋ ਸਕਦੀ ਹੈ। ਖੈਰ ਐਨੀਵੇ, ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਆਪਾਂ ਉਸ ਇੱਕ ਹੋਰ ਸਿਰਫ ਇਹਦੀ ਗੱਲ ਕਹੀਏ, ਵੈਸੇ ਦਿਲ ਨਹੀਂ ਕਰਦਾ ਇਹਨੂੰ ਕੋਈ ਮਾੜਾ ਚੰਗਾ ਕਹਿਣ ਵਾਸਤੇ, ਇਹਦੀ ਸਿਰਫ ਇੰਨਾ ਹੀ ਇਹਨੂੰ ਜਵਾਬ ਦੇ ਦਿੰਦੇ ਆ। ਇਹ ਕੋਈ ਵਿਅਕਤੀ ਹੈ ਜਿਹਦਾ ਇੱਕ ਵੀਡੀਓ ਚਾਰਟ ਜਿਹੜੀ ਹੈ ਉਹ ਚੱਲ ਰਹੀ ਹੈ। ਮੈਂ ਸੁਣ ਰਿਹਾ ਸੀ ਬੜਾ, ਉਹ ਆਪਣੇ ਆਪ ਨੂੰ ਇੱਕ ਉਹਨੇ ਸਪਸ਼ਟੀਕਰਨ ਦਿੱਤਾ ਕਿ ਜੀ ਮੈਂ ਇਸ ਗਰੁੱਪ 'ਚੋਂ ਨਿਕਲ ਗਿਆ ਸੀ, ਮਹੀਨਾ ਹੋ ਗਿਆ ਮੈਨੂੰ ਇਸ ਗਰੁੱਪ ਦੇ ਵਿੱਚ ਨਹੀਂ ਸੀ, ਇੱਥੇ ਰਾਤ ਭਰ ਗੱਲਾਂ ਚੱਲਦੀਆਂ ਨੇ, ਸਵੇਰੇ ਮੇਰਾ ਬਿਜ਼ਨਸ ਹਰਟ ਹੁੰਦਾ। ਇਹ ਲੋਕ ਜਿਹੜੇ ਨੇ ਮੈਨੂੰ ਫਸਾ ਰਹੇ ਨੇ, ਉਹ ਉਲਟਾ ਤੋੜਾ ਆਪਣੇ ਉਸ ਗਰੁੱਪ 'ਤੇ ਝਾੜ ਰਿਹਾ। ਉਸ ਗਰੁੱਪ ਦੇ ਵਿੱਚ ਇਹਦੀ ਆਵਾਜ਼ ਜਿਹੜੀ ਹੈ, ਖਾਸ ਤੌਰ 'ਤੇ ਜਿਹੜਾ ਅਨਿਲ ਅਰੋੜਾ ਕਿਹਾ ਜਾ ਰਿਹਾ ਹੈ, ਉਹਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਸੰਗਤਾਂ ਨੇ ਸਮਰਾਲਾ ਚੌਂਕ ਦੇ ਵਿੱਚ ਪੱਕਾ ਮੋਰਚਾ ਠੋਕਿਆ। ਇਹਦੀ ਗ੍ਰਿਫਤਾਰੀ 1 ਲੱਖ ਰੁਪਈਆ ਇਨਾਮ ਵੀ ਰੱਖਿਆ ਗਿਆ ਹੈ ਔਰ ਉਹਦੀ ਤਸਵੀਰ ਜਿਹੜੀ ਹੈ ਛਾਇਆ ਹੋਈ ਹੈ। ਅਸੀਂ ਉਹਦੇ ਸਵਾਲ ਜਿਹੜਾ ਕਿਹਾ ਹੋਇਆ ਲਫ਼ਜ਼ ਉਹ ਸਾਡੇ ਮੂੰਹ 'ਚੋਂ ਤਾਂ ਨਿਕਲਦਾ ਨਹੀਂ, ਪਰ ਉਲਟਾ ਮੋੜ ਕੇ ਇੰਨਾ ਸਮਝਾ ਦਿੰਦੇ ਆ ਵੀ ਕੀ ਲਫ਼ਜ਼ ਵਰਤਿਆ। ਜਿਹੜੇ ਵੀਰ ਨਹੀਂ ਸੁਣ ਸਕੇ, ਜਿਹੜੇ ਨਹੀਂ ਦੇਖ ਸਕੇ, ਉਹਨਾਂ ਬਾਰੇ ਇਹ ਦੱਸ ਦਈਏ ਕਿ ਇਹ ਕਹਿੰਦਾ ਕਿ ਜੀ ਇਹ ਲਫ਼ਜ਼ ਮੈਂ ਨਹੀਂ ਵਰਤੇ। ਹੁਣ ਲਫ਼ਜ਼ ਕਿਹੜੇ ਨੇ ਵੀ ਜਿਹੜੇ ਬੰਦੇ ਨੇ ਮੇਰੀ ਆਵਾਜ਼ ਕੱਢੀ ਆ, ਉਸ ਬੰਦੇ ਨੇ ਇਹਦੀ ਮਿਮਿਕਰੀ ਕਰਕੇ ਜਿਹਨੇ ਆਵਾਜ਼ ਕੱਢੀ ਆ, ਉਸ ਬੰਦੇ ਨੂੰ ਇਹ ਪੁੱਛੇ ਭਈ ਇਹ ਗੱਲ ਜਿਹੜੀ ਤੁਸੀਂ ਕਹੀ ਆ, ਉਸ ਦਿਨ ਆਪਣੀ ਮਾਂ ਨੂੰ ਇਹ ਪੁੱਛ ਕੇ ਮੇਰੀ ਜਿੱਦਣ ਨਹੀਂ ਰੱਖੀ ਗਈ ਸੀ, ਬਾਪੂ ਮੇਰਾ ਸੁੱਤਾ ਸੀ ਕਿ ਜਾਗਦਾ ਸੀ। ਸਿੰਪਲ, ਦੈਟਸ ਇਟ। ਇਹ ਤੋਂ ਵੱਧ ਕੁਛ ਨਹੀਂ। ਜਿਹਨੇ ਨਕਲ ਕੀਤੀ ਹੈ ਉਹਦੀ ਗੱਲ ਕਰਦੇ ਆ। ਇਹ ਕਹਿੰਦਾ ਮੈਂ ਤਾਂ ਕੁਝ ਕਿਹਾ ਹੀ ਨਹੀਂ ਨਾ, ਮੈਂ ਤਾਂ ਬੋਲਿਆ ਹੀ ਨਹੀਂ, ਮੈਂ ਤਾਂ ਉਹਨੂੰ ਆਪਣਾ ਰੱਬ ਮੰਨਦਾ, ਮੈਂ ਆਪਣਾ ਰੱਬ ਮੰਨਦਾ। ਭਈ ਮਤਲਬ ਇਹ ਹੈ ਵੀ ਜਿਹਨੇ ਆਵਾਜ਼ ਕੱਢੀ ਹੈ, ਜੇ ਉਦੋਂ ਉਹਦਾ ਪਿਓ ਸੁੱਤਾ ਹੁੰਦਾ ਤੇ ਇਹੋ ਜਿਹਾ ਅਕਿਰਤ ਘਣ ਬੰਦਾ ਇਸ ਧਰਤੀ 'ਤੇ ਗੰਦਾ ਕੀੜਾ ਪੈਦਾ ਹੀ ਨਾ ਹੁੰਦਾ। ਜੋ ਗੁਰੂ ਨਾਨਕ ਮਹਾਰਾਜ ਜੀ ਦੇ ਪਿਤਾ ਮਹਿਤਾ ਕਾਲੂ ਜੀ ਦੇ ਬਾਰੇ ਲਫ਼ਜ਼ ਵਰਤ ਰਿਹਾ, ਮਾਤਾ ਤ੍ਰਿਪਤਾ ਜੀ। ਅਸੀਂ ਇੰਨਾ ਹੀ ਕਹਿ ਦਿੰਦੇ ਹਾਂ ਕਿ ਉਹ ਉਦਣ ਬਾਪੂ ਉਹਦਾ ਸੁੱਤਾ ਹੁੰਦਾ, ਆਵਾਜ਼ ਦੀ ਨਕਲ ਕਰਨ, ਮੈਂ ਨਕਲ ਕਰਨ ਵਾਲੀ ਦੀ ਗੱਲ ਕਰ ਰਿਹਾ ਕਿ ਇਹ ਕਹਿੰਦਾ ਕਿ ਨਹੀਂ ਜੀ, ਤੇ ਉਦਣ ਇਹ ਗੰਦਾ ਕੀੜਾ ਧਰਤੀ 'ਤੇ ਹੀ ਨਾ ਹੁੰਦਾ। ਦੈਟਸ ਇਟ। ਇਹ ਲਫ਼ਜ਼ ਵਰਤੇ ਨੇ। ਕੀ ਕਹਿਣਾ ਚਾਹੋਗੇ? ਦੇਖੋ ਜੀ, ਪਹਿਲੀ ਗੱਲ ਤੇ ਜੇ ਉਹ ਆਪਣੇ ਨੂੰ ਨਿਰਦੋਸ਼ ਸਾਬਤ ਕਰਦਾ ਤੇ ਉਹਨੂੰ ਅਦਾਲਤ 'ਚ ਪੇਸ਼ ਹੋਣਾ ਚਾਹੀਦਾ। ਇਮੀਡੀਏਟਲੀ ਪੇਸ਼ ਹੋ ਕੇ ਆਪਣੀ ਬੇਕਸੂਰੀ ਦਾ ਸਬੂਤ ਜਿਹੜਾ ਚਾਹੀਦਾ। ਸਮਰਾਲਾ ਚੌਕ ਜਿਹੜਾ ਨਾ ਲੁਧਿਆਣੇ ਦਾ ਜੀ, ਉਹਨੂੰ 7 ਸੜਕਾਂ ਲੱਗਦੀਆਂ, 7 ਜਿਹੜੀਆਂ ਸ਼ਹਿਰ 'ਚ ਵੜਦੀਆਂ, ਤੇ 7 ਸੜਕਾਂ ਲੱਗਣ ਕਰਕੇ ਸਭ ਤੋਂ ਇੰਪੋਰਟੈਂਟ ਚੌਕ ਉਹ ਆ। ਉੱਥੇ ਪਹਿਲਾਂ ਸਾਡੇ ਅਕਾਲੀ ਵੀਰ ਵੀ ਗਿਆ ਸੀ। ਅਕਾਲੀ ਵੀਰ ਨੂੰ ਬੜੇ ਸਵਾਲ ਲੋਕਾਂ ਨੇ ਕੀਤੇ ਵੀ ਤੁਸੀਂ ਕਿੱਥੋਂ ਜ਼ਿਆਦਾ ਕਿ ਤੁਹਾਨੂੰ ਹੁਣ ਤੋਂ ਚਿੱਤਾ ਆ ਗਿਆ, ਜਦੋਂ ਰੌਲਾ ਪੈ ਗਿਆ, ਪਹਿਲਾਂ ਕਿੱਥੇ ਸੁੱਤੇ ਸੀ ਤੁਸੀਂ। ਉਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਪੁੱਜ ਗਈਆਂ ਉੱਥੇ। ਨਿਹੰਗ ਸਿੰਘਾਂ ਨੇ ਪੱਕੇ ਜਾ ਕੇ ਉੱਥੇ ਝੰਡੇ ਗੱਡਤੇ ਨੇ, ਬਕਾਇਦਾ ਤੌਰ ਤੇ ਆਪਣੇ ਨਿਸ਼ਾਨ ਸਾਹਿਬ ਵੀ ਲਾਤੇ ਨੇ। ਭਾਈ ਜਿੰਨਾ ਚਿਰ ਇਸ ਬੰਦੇ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ, ਉਨ ਚਿਰ ਸਾਡੇ ਇੱਥੇ ਝੰਡੇ ਗੱਡੇ ਰਹਿਣ। ਉਹ ਰਾਤ ਵੀ ਉੱਥੇ, ਰਾਤ ਉਹ ਕਹਿੰਦੇ ਜੀ ਵੇਖੋ ਰਾਤ ਸੀ ਇੱਥੇ ਹੈਗੇ ਸੀ 2-4 ਜਣੇ, ਜ਼ਿਆਦਾ ਜਣੇ ਨਹੀਂ ਸੀ, 5-6 ਜਣੇ ਸੀ, ਤੇ ਰਾਤ ਨੂੰ 2 ਗੱਡੀਆਂ ਇੱਥੇ ਆਈਆਂ, ਦੌਰਾ ਕਰਨ ਆਈਆਂ। ਕੌਣ ਸੀ ਕੌਣ ਸਾਨੂੰ ਨਹੀਂ ਪਤਾ। ਪੁਲਿਸ ਸਾਨੂੰ ਕਹਿੰਦੀ ਅਸੀਂ ਤੁਹਾਡੀ ਸੇਫਟੀ ਵਾਸਤੇ ਬੈਠੇ ਸੀ, ਕਿ ਸਾਡੀ ਸੇਫਟੀ ਛੱਡਦੇ ਅਸੀਂ ਆਪੇ ਕਰ ਲਾਂਗੇ, ਤੁਸੀਂ ਜਾ ਕੇ ਉਹਨੂੰ ਲੱਭੋ ਕਿੱਥੇ ਕਿੱਥੇ ਨਹੀਂ। ਪਹਿਲੀ ਗੱਲ ਤੇ ਜੇ ਕਹਿੰਦਾ ਵੀ ਮੇਰੀ ਕਿਸੇ ਨੇ ਨਕਲ ਕੀਤੀ ਤੇ ਆ ਕੇ ਆਪਣੀ ਪੁਲਿਸ ਨੂੰ ਆਪਣੀ ਬੇਗੁਨਾਹੀ ਦਾ ਸਬੂਤ ਦਿਓ ਵੀ ਆਹ ਮੇਰੀ ਆਵਾਜ਼ ਵੀ ਟੈਸਟ ਕਰਾ, ਤੂੰ ਵੀ ਟੈਸਟ ਕਰਾ ਲਓ ਕਿਹਦੀ ਆਵਾਜ਼ ਹੈਗੀ। ਗਲਤੀਆਂ ਕਰਦੇ ਨੇ ਤੇ ਮੁੜ ਕੇ ਕਹਿੰਦੇ ਸਾਨੂੰ ਪਤਾ ਨਹੀਂ। ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀ। ਜਾਂਦਾ ਕੀ ਪੈਦਾ ਹੁਣ 1 ਲੱਖ ਰੁਪਇਆ ਜੇ ਪੁਲਿਸ ਨੇ ਨਾਮ ਰੱਖਤਾ ਵੀ ਇਹਦਾ ਤੁਹਾਨੂੰ ਅਨਿਲ ਅਰੋੜਾ ਜਿਹੜਾ ਜੇ ਜਿਸ ਬੌਬੀ ਆ 1 ਲੱਖ ਰੁਪਏ ਤੇ ਨਾਮ ਰੱਖਿਆ ਹੁੰਦਾ। ਇਹ ਆ ਜੀ ਬੰਦਾ ਜੇ ਕਿਸੇ ਨੂੰ ਕਿਤੇ ਮਿਲੇ ਤੇ ਇਹ ਨਾਮ ਤੁਸੀਂ ਲੈਣਾ ਚਾਹੋ, ਇਹ ਬਕਾਇਦਾ ਪੁਲਿਸ ਕਮਿਸ਼ਨਰ ਜਿਹੜਾ ਹੈ ਲੁਧਿਆਣਾ ਵੱਲੋਂ ਅਲਰਟ ਜਾਰੀ ਹੈ। ਅਨਿਲ ਅਰੋੜਾ ਹੈ, ਇਹ ਕਹਿੰਦਾ ਕਿ ਮੇਰੀ ਆਵਾਜ਼ ਬਦਲ ਕੇ ਜਿਹੜੀ ਹੈ ਉਹ ਗੱਲ ਕਹੀ ਗਈ ਹੈ ਪਿਤਾ ਮਹਿਤਾ ਕਾਲੂ ਜੀ ਬਾਰੇ ਜੋ ਲਫ਼ਜ਼ ਵਰਤੇ ਨੇ। ਤੇ ਇਹ ਕਹਿੰਦਾ ਕਿ ਮੈਂ ਨਹੀਂ ਸੀ ਬੋਲੇ, ਕਿਸੇ ਨੇ ਮੇਰੀ ਆਵਾਜ਼ ਬਦਲ ਕੇ ਤੇ ਮੈਨੂੰ ਫਸਾਉਣ ਦਾ ਯਤਨ ਕੀਤਾ। ਤੇ ਅਸੀਂ ਵੀ ਜਿਹੜੀ ਗੱਲ ਬੋਲੀ ਹੈ ਕਿ ਜੇ ਕਿਸੇ ਨੇ ਆਵਾਜ਼ ਬਦਲੀ ਹੈ ਭਈ ਉਹ ਉਦੋਂ ਉਹਦਾ ਬਾਪੂ ਸੁੱਤਾ ਹੁੰਦਾ ਤੇ ਇਹੋ ਜਿਹਾ ਗੰਦਾ ਕੀੜਾ ਧਰਤੀ 'ਤੇ ਪੈਦਾ ਨਾ ਹੁੰਦਾ।
ਅਨਿਲ ਅਰੋੜਾ, ਕਿਉਂਕਿ ਕਿਸੇ ਵੀ ਮਜ਼ਹਬ ਬਾਰੇ, ਕਿਸੇ ਵੀ ਧਰਮ ਬਾਰੇ, ਕਿਸੇ ਵੀ ਵਿਅਕਤੀ ਵਿਸ਼ੇਸ਼ ਬਾਰੇ ਜਿਹੜਾ ਬੰਦਾ ਕੋਈ ਇਹੋ ਜਿਹੀ ਸ਼ਬਦਾਵਲੀ ਵਰਦਾ ਨਾ, ਉਹਨੂੰ ਉਹ ਦੋ ਧੜਿਆਂ ਦੇ ਵਿੱਚ ਲੜਾਈ ਪਾਉਣ ਦਾ ਯਤਨ ਹੈ। ਇਹ ਇੱਕ ਕਿਸਮ ਦਾ ਦੰਗੇ ਕਰਾਉਣ ਦਾ ਯਤਨ ਹੈ। ਜੇ ਤੁਸੀਂ ਗਰੁੱਪ ਬਣਾਇਆ, ਉਸ ਗਰੁੱਪ ਦੇ ਵਿੱਚ ਤੁਸੀਂ ਚੰਗੀ ਗੱਲ ਨਹੀਂ ਕਰ ਸਕਦੇ, ਪ੍ਰੇਮ ਦੀ ਗੱਲ ਨਹੀਂ ਕਰ ਸਕਦੇ, ਧਰਮ ਦੇ ਪ੍ਰਤੀ ਨਫ਼ਰਤ ਫੈਲਾਉਣਾ ਹੀ ਤੁਹਾਨੂੰ ਜਿਹੜਾ ਹੈ ਉਹ ਸਿਖਾਇਆ ਗਿਆ ਹੈ। ਜੇ ਧਰਮ ਦੇ ਵਿੱਚ ਕੋਈ ਇੱਕ ਬੰਦਾ ਮਾੜਾ, ਸਾਰਾ ਧਰਮ ਨਹੀਂ ਮਾੜਾ ਹੁੰਦਾ ਕਿਸੇ ਵੀ ਧਰਮ ਦੇ ਵਿੱਚ। ਕਿਉਂ ਭੱਟੀ ਸਾਹਿਬ? ਹਰ ਥਾਂ ਤੇ ਬੰਦੇ ਨੇ। ਹੁਣ ਵੇਖੋ ਨਿਹੰਗ ਸਿੰਘਾਂ ਨੇ ਬੰਦਾ ਮਾਰਿਆ ਤੇ ਅਸੀਂ ਸਵਾਲ ਕਰਦੇ ਹਾਂ ਕਿ ਇੱਕ ਪਾਸੇ ਤਾਂ ਸਾਡੇ ਸਟੇਜਾਂ ਦੇ ਉੱਤੇ ਇਹ ਕਹਿੰਦੇ ਆ ਕਿ ਅਸੀਂ ਔਰਤ ਤੇ ਵਾਰ ਨਹੀਂ ਕਰਦੇ, ਕਹਿੰਦੇ ਆ ਨਾ ਵੀ ਸਿੱਖ ਕਦੀ ਔਰਤ ਤੇ ਵਾਰ ਨਹੀਂ ਕਰਦਾ। ਜਾਂ ਤਾਂ ਫਿਰ ਉਹ ਸਟੇਜਾਂ ਤੋਂ ਸੈਕਟਰੀਆਂ ਨੂੰ ਜਿਹੜੇ ਆਉਂਦੇ ਨੇ ਬੁਲਾਰੇ, ਉਹਨਾਂ ਨੂੰ ਵੀ ਕਹਿ ਦਿੱਤਾ ਜਾਵੇ ਵੀ ਨਹੀਂ ਬਈ। ਬਾਬਾ ਬੇਦੀ ਸਿੰਘ ਬਹਾਦਰ ਜਦੋਂ ਗਿਆ ਸੀਗੇ ਘੋੜੇ ਛਡਾਉਣ ਵਾਸਤੇ ਪੱਟੀ ਦੇ ਵਿੱਚ, ਜਦੋਂ ਦੁਸ਼ਾਲੇ ਲੈਣ ਗਏ ਸੀ ਤੇ ਉਦੋਂ ਬੜੀ ਖੁੱਬ ਕੇ ਗੱਲ ਕਹੀ ਜਾਂਦੀ ਹੈ ਕਿ ਅਸੀਂ ਔਰਤ ਤੇ ਵਾਰ ਨਹੀਂ ਕਰਦੇ। ਉਦੋਂ ਬਾਅਦ ਕਈ ਕਹਾਣੀਆਂ ਹੋਰ ਨੇ ਮੈਦਾਨੇ ਜੰਗ ਦੇ ਵਿੱਚ, ਇੱਕ ਔਰਤ ਤੇ ਵਾਰ ਨਹੀਂ ਕਰਦਾ ਖਾਲਸਾ। ਔਰ ਖਾਸ ਤੌਰ ਤੇ ਨਿਹੱਥੇ ਤੇ ਵਾਰ ਕਰਨਾ ਉਹਨੂੰ ਕਹਿੰਦੇ ਕਿ ਮਰਦਾਨਗੀ ਨਹੀਂ। ਇਹ ਵੀ ਕਹਿੰਦੇ ਸਟੇਜਾਂ ਦੇ ਉੱਤੋਂ ਗਿਆ ਨਾ, ਬਰਾਬਰ ਦਾ ਹੋਣਾ ਚਾਹੀਦਾ ਸੀ ਮਤਲਬ ਯੋਧਾ। ਤੇ ਜੇ ਕੋਈ ਖਾਲੀ ਹੱਥ ਤੇ ਖਾਲੀ ਹੱਥ, ਜੇ ਕੋਈ ਤਲਵਾਰ ਵਾਲਾ ਤੇ ਤਲਵਾਰ ਦੇ ਨਾਲ। ਉਸ ਨੂੰ ਸਵਾਲ ਇਹ ਉੱਠਦੇ, ਉਸ ਨੂੰ ਬੰਨਿਆ ਗਿਆ। ਜੇ ਉਹ ਲੈ ਕੇ ਭੱਜ ਰਿਹਾ ਸੀ ਸਰੂਪ, ਉਹ ਸਰੂਪ ਕਿੱਥੇ ਨੇ ਅਜੇ ਤੱਕ ਨਹੀਂ ਦਿਖਾਇਆ ਗਿਆ। ਹਾਂ ਤੁਹਾਡੇ ਕਾਬੂ ਆਇਆ, ਉਹ ਕਿਦੋਂ ਦਾ ਕਾਬੂ ਆਇਆ, ਉਹਨੂੰ ਕੁੱਟਮਾਰ ਕਰਦੀ ਦੀ ਵੀਡੀਓ ਆ ਗਈ ਆ, ਉਹ ਬੋਲ ਰਿਹਾ ਕੁਝ, ਠੀਕ ਹੈ, ਉਹਨੂੰ ਸਲੋਤਰ ਫੇਰ ਚੰਗਾ, ਜੇ ਤੁਸੀਂ ਫੇਰ ਲਿਆ ਤੇ ਉਹਨੂੰ ਪੁਲਿਸ ਦੇ ਹਵਾਲੇ ਕਰ ਦਿਓ। ਇੱਦਾਂ ਵੱਢ ਟੁੱਕ ਕੇ ਇੰਨਾ ਉਹਨੂੰ ਟੰਗਣਾ, ਇਸ ਤਰੀਕੇ ਦੇ ਨਾਲ ਚਰਚਾ ਛਿੜਦੀ ਹੈ। ਕਿਉਂਕਿ ਅੱਜ ਦੁਨੀਆ ਭਰ ਦੇ ਵਿੱਚ ਤੁਹਾਡੀ ਦਸਤਾਰ ਜਿਹੜੀ ਉਹ ਚਰਚਾ ਦੇ ਵਿੱਚ ਆਈ ਹੈ। ਉੱਥੇ ਵੀ ਅਸੀਂ ਸਵਾਲ ਕਰਦੇ ਹਾਂ, ਤੇ ਜੇ ਕੋਈ ਮਾੜਾ, ਉਹਨੂੰ ਮਾੜਾ ਕਹਿਣ ਦੀ ਜ਼ਰੂਰਤ ਕਰਦੇ ਹਾਂ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਇਹ ਹੁਣ ਉਹ ਕਹਿੰਦੇ ਨੇ ਕਿ ਅਸੀਂ ਆਪਣੀ ਹਿਫਾਜ਼ਤ ਆਪ ਕਰ ਸਕਦੇ ਹਾਂ। ਕੀ ਕਹਿ ਰਹੇ ਸੀ ਤੁਸੀਂ? ਇਹ ਮੇਰੇ ਨਾਲ ਕਾਲਰ ਨੇ, ਪਹਿਲਾਂ ਕਾਲ ਲੈ ਲਈਏ ਜੀ। ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਸਵਾਲ ਸੀਗਾ ਜੀ, ਜਿਵੇਂ ਆਪਣੇ ਪਿਓ ਦੀ, ਆਪਣੇ ਗੁਰੂ ਗ੍ਰੰਥ ਸਾਹਿਬ ਦੀ ਇੰਨੀਆਂ ਬੇਅਦਬੀਆਂ ਹੋਈਆਂ ਨੇ ਤੇ ਨਿਹੰਗ ਸਿੰਘ ਆਪਣੇ ਹੁਣ ਖੜੇ ਹੋਏ ਆ, ਚਲੋ ਠੀਕ ਹੈ, ਜਿਵੇਂ ਵੀ ਪਿੱਛੋਂ ਜੋ ਵੀ ਹੋਇਆ ਪਿਛਲੇ 2 ਮਹੀਨਿਆਂ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਵੀ ਚਲੋ ਜਿਵੇਂ ਸਰਕਾਰ ਤਾਂ ਪਹਿਲਾਂ ਚਾਹੁੰਦੀ ਹੈ ਵੀ ਇੱਥੇ ਮਾਹੌਲ ਖਰਾਬ ਹੋ ਜੇ, ਜ਼ਿਆਦਾ ਖਰਾਬ ਹੋਵੇ, ਕਿ ਉਹਨਾਂ ਜੱਥੇ ਲਿਜਾ ਕੇ ਉੱਥੇ ਜੰਤਰ ਮੰਤਰ ਤੇ ਨਿਹੰਗ ਸਿੰਘ ਹੀ ਬੈਠ ਜਾਣ। ਮੈਨੂੰ ਲੱਗਦਾ ਸਰਕਾਰ ਚਾਹੁੰਦੀ ਹੈ, ਮੈਨੂੰ ਲੱਗਦਾ ਰਾਜਨੀਤਿਕ ਲੋਕ ਚਾਹੁੰਦੇ ਨੇ। ਸਰਕਾਰ ਕਦੇ ਵੀ ਆਪਣੇ ਦੇਸ਼ ਦੇ ਪ੍ਰਤੀ ਨਹੀਂ ਸੋਚਦੀ। BSF ਦਾ ਜਿਹੜਾ ਕਦਮ ਹੈ ਜੀ, ਉਹ ਇਹੀ ਸ਼ੋਅ ਕਰਦਾ ਜੀ ਸਰਕਾਰ ਤੇ ਰਾਜਨੀਤੀ। ਹਾਂ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ ਜੀ। ਹਾਂਜੀ। ਤੇ ਨਿਹੰਗ ਸਿੰਘਾਂ ਨੂੰ ਕਿਉਂ ਨਾ ਜਾ ਕੇ ਜੰਤਰ ਮੰਤਰ ਤੇ ਲਾਉਣਾ ਚਾਹੀਦਾ ਵੀ ਸਾਡੇ ਏਦਾਂ ਧਰਮ ਨੂੰ ਦੱਬਿਆ ਜਾ ਰਿਹਾ। ਨਾਲ ਦੁਨੀਆ ਪੱਧਰ ਤੇ ਇੱਕ ਜਿਹੜੀ ਹੁਣ ਇਮੇਜ ਬਣੀ ਹੋਈ ਹੈ ਹਿੰਦੁਸਤਾਨ ਦੀ ਪਿਛਲੇ 6-7 ਸਾਲਾਂ ਦੇ ਵਿੱਚ ਵੀ, ਮਿਨੋਰਟੀਜ਼ ਨੂੰ ਦੱਬਿਆ ਜਾ ਰਿਹਾ ਹਿੰਦੁਸਤਾਨ ਦੇ ਵਿੱਚ, ਉਹਦੇ ਨਾਲ ਇੱਕ ਹੋਰ ਜ਼ਿਆਦਾ ਜਾਗਰੂਕਤਾ ਪੈਦਾ ਹੋਊਗੀ ਤੇ ਆਪਣੇ ਜਿਹੜੇ ਬੇਅਦਬੀਆਂ ਹੁੰਦੀਆਂ ਉਹਦੇ ਵਿੱਚ ਸਰਕਾਰਾਂ ਵੀ ਥੋੜ੍ਹੀਆਂ ਬਹੁਤ ਕਿਤੇ ਨਾ ਕਿਤੇ ਸੀਰੀਅਸ ਹੋਣਗੀਆਂ ਇਹ ਗੱਲ ਨੂੰ ਵੀ ਇੰਨੀ ਬੇਇੱਜ਼ਤੀ ਹੋ ਰਹੀ ਹੈ ਹੋਰ ਜ਼ਿਆਦਾ ਸਾਡੀ। ਮਿਹਰਬਾਨੀ। ਹਾਂਜੀ ਭੱਟੀ ਸਾਹਿਬ। ਵੇਖੋ, ਜਿਹੜੀ ਤੁਸੀਂ ਨਿਹੰਗ ਸਿੰਘਾਂ ਦੀ ਗੱਲ ਕੀਤੀ ਹੈ ਜੀ, ਉਹ ਆਪਣੀ ਮਰਜ਼ੀ ਦੇ ਮਾਲਕ ਹੀ ਸੁਣਦੇ ਹੁੰਦੇ, ਘੱਟ ਹੀ ਕਿਸੇ ਵੇਲੇ। ਦੂਸਰੀ ਚੀਜ਼, ਉਹਨਾਂ ਦੇ ਵਿੱਚ ਆਪਣੇ ਵਿੱਚ ਬੜੇ ਪਾਲੇ ਪਏ ਨੇ, ਇੱਕ ਨਹੀਂ ਕਈ ਪਾਲੇ ਪਏ ਨੇ। ਕਿੰਨੀਆਂ ਜਥੇਬੰਦੀਆਂ ਨੇ, ਕਿੰਨੇ ਤਰਨਾ ਦਲ ਨੇ, ਕਿੰਨੇ ਬੁੱਢਾ ਦਲ ਨੇ, ਕਿੰਨੀਆਂ ਹੋਰ ਜਥੇਬੰਦੀਆਂ ਨੇ। ਹੁਣ ਨਿਹੰਗ ਅਸੀਂ ਜਿਹੜੇ ਉਹ ਰੰਧਾਵਿਆਂ ਨੂੰ ਵੀ ਕਹਿੰਦੇ, ਗੁਰਪ੍ਰੀਤ ਰੰਧਾਵਿਆਂ ਨੂੰ ਕਹਿੰਦੇ, ਨਿਹੰਗ ਅਸੀਂ ਪੁੱਲਰ ਨਿਹੰਗ ਕਹਿੰਦੇ, ਤੁਲਨ ਵੀ ਕਹਿੰਦੇ ਆ। ਨਿਹੰਗ ਬਾਬਾ ਸਾਡੇ ਸਨਮਾਨਯੋਗ ਜਿਹੜੇ ਬਾਬਾ ਦਇਆ ਸਿੰਘ ਸੱਤੂ, ਉਹਨਾਂ ਨੂੰ ਵੀ ਕਹਿੰਦੇ ਅਸੀਂ, ਨਿਹੰਗ ਪੁੱਲਾ ਵੀ ਹੈਗਾ ਹਰ ਹਿੰਦੂਆਂ ਦੇ ਵਿੱਚ। ਬਾਬਾ ਜੀ ਇੱਕ ਜਿਹੜੇ ਸੀ ਮਹਾਂਪੁਰਸ਼ ਸੀਗੇ, ਲੋਕ ਸਤਿਕਾਰ ਕਰਦੇ ਸੀ ਬਾਬਾ ਦਇਆ ਸਿੰਘ। ਦੂਜੇ ਪਾਸੇ ਪੁੱਲਾ ਸੀਗਾ ਜਿਹਦੇ ਤੋਂ ਤੁਹਾਨੂੰ ਕਰਤਵਾਂ ਦਾ ਪਤਾ ਵੀ ਨਿਹੰਗ ਕਹਿੰਦਾ ਸੀ ਆਪਣੇ ਆਪ। ਦੂਸਰੀ ਚੀਜ਼ ਜਿਹੜੀ ਅਕਾਲ ਤਖਤ ਤੋਂ ਵੀਰ ਜੀ ਬਾਰ-ਬਾਰ ਆਦੇਸ਼ ਜਾਰੀ ਹੋਏ ਨੇ ਵੀ ਭਾਈ ਆਪਣੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਰੱਖੋ। ਜੋ ਕਿ ਵੱਡਾ ਪਿੰਡ 2 ਰੱਖ ਲਓ, ਲੇਕਿਨ ਆਪਣੇ ਗੁਰੂ ਦੀ ਆਪ ਹਿਫਾਜ਼ਤ ਕਰੋ। ਕਿਸੇ ਨੇ ਹਿਫਾਜ਼ਤ ਕਰਨ ਉੱਥੇ ਹੋਣਾ ਨਹੀਂ। ਹੋਰ ਜਿਹੜੇ ਹਾਲਾਤ ਬਣ ਗਏ, ਸਾਨੂੰ ਛੇੜਿਆ ਜਾ ਰਿਹਾ ਵਾ, ਸਾਨੂੰ ਭੜਕਾਇਆ ਜਾ ਰਿਹਾ ਬਈ ਭੜਕਣ ਕਿਸ ਤਰੀਕੇ ਨਾਲ। ਅਸੀਂ ਆਪਣਾ ਬਚਾਅ ਵੀ ਕਰਨਾ, ਆਪਣੇ ਗੁਰੂ ਦਾ ਬਚਾਅ ਕਰਨਾ। ਨਿਹੰਗ ਸਿੰਘ ਉੱਥੇ ਜਾਂਦੇ ਆ ਨਹੀਂ ਜਾਂਦੇ, ਨਿਹੰਗ ਸਿੰਘ ਤਾਂ ਕਿੰਨੀ ਵਾਰੀ ਕਿਹਾ ਵੀ ਨਿਹੰਗ ਸਿੰਘ ਜੀ ਤੁਸੀਂ ਚੱਲ ਜਾਓ, ਉੱਥੇ ਚੱਲ ਜਾਓ, ਕੋਈ ਗੱਲ ਨਹੀਂ, ਲਾਓ ਮੋਰਚਾ ਤੁਹਾਡੇ ਨਾਲ ਖੜੇ ਅਸੀਂ। ਉਹ ਕਹਿੰਦੇ ਨਾ, ਅਸੀਂ ਇੱਥੇ ਬੈਠੇ, ਇੱਥੇ ਰਹਾਂਗੇ। ਇਸ ਕਰਕੇ ਉਹ ਆਖੇ ਉਖੇ ਘੱਟ ਹੀ ਲੱਗਦੇ, ਕਰਦੇ ਹੋ ਕੁਝ ਜੋ ਚੰਗਾ ਲੱਗਦਾ ਵਾ। ਹੁਣ ਜਿਹੜੇ ਉਹ ਬੰਦੇ ਵੇਖੋ, ਇੱਕ ਬੰਦੇ ਦੀ ਜਿਹੜੀ ਬਕਾਇਦਾ ਤੌਰ ਤੇ ਚਲੋ ਉਹ ਮਾਰ ਦਿੱਤਾ ਗਿਆ, ਮਰ ਗਿਆ ਜਾਂ ਮਾਰ ਦਿੱਤਾ ਗਿਆ।
4 ਨਿਹੰਗ ਫੜਿਆ ਤੇ ਬਾਕੀ ਹੋਰ ਪੁਲਿਸ ਲੈਣ ਵਾਸਤੇ ਅੱਜ ਫਿਰ ਆਈ ਸੀ। ਅਮਨ ਨੂੰ ਲੈਣ ਵਾਸਤੇ ਆਈ ਸੀ, ਨਿਹੰਗ ਜਿਹੜਾ ਅਮਨ ਸਿੰਘ ਆ ਉਹਨੂੰ ਲੈਣ ਵਾਸਤੇ ਵੀ ਤੇਰੀ ਆਵਾਜ਼ ਵਿੱਚ ਹੈਗੀ, ਤੂੰ ਵੀ ਚੱਲ, ਸਾਨੂੰ ਉੱਪਰ ਪ੍ਰੈਸ਼ਰ ਪੈਣ ਡਿਆ ਵਾ। ਚਲੋ ਨਿਹੰਗ ਵੱਡੀ ਗਿਣਤੀ ਸੀ, ਉਹਨਾਂ ਨਹੀਂ ਜਾਣ ਦਿੱਤਾ, ਅੱਜ ਨਹੀਂ ਕੱਲ ਫੜ ਲੈਣਗੇ ਉਹ। ਉੱਥੇ ਮਤਾ ਪਾਸ ਕੀਤਾ ਜੀ, ਪਹਿਲਾਂ ਤੁਸੀਂ ਇੱਕ ਕਾਨੂੰਨ ਬਣਾਓ ਵੀ ਜਿਹੜਾ ਵੀ ਗੁਰੂ ਗ੍ਰੰਥ ਦੀ ਬੇਇੱਜ਼ਤੀ ਕਰਦਾ ਉਹਨੂੰ ਫਾਂਸੀ ਦੀ ਸਜ਼ਾ ਹੋਵੇਗੀ ਤੇ ਅਸੀਂ ਸਾਰੇ ਪੇਸ਼ ਹੋ ਜਾਵਾਂਗੇ। ਉਹ ਥਾਣੇ ਦਾ ਕੰਮ ਨਹੀਂ ਹੈਗਾ, ਉਹ ਸਰਕਾਰਾਂ ਦੇ ਕੰਮ। ਬਿਲਕੁਲ ਬਿਲਕੁਲ। ਉਹ ਵਿਧਾਨ ਸਭਾ ਚੋਣਾਂ, ਉਹ ਪਾਰਲੀਮੈਂਟ ਚੋਣਾਂ। ਇਸੇ ਕਰਕੇ ਜੇ ਇੰਨੀ ਗੱਲ ਕਹਿੰਦੇ ਨਹੀਂ, ਜੇ ਅਮਨ ਸਿੰਘ ਨੂੰ ਫੜਨਾ ਉਹ ਤੇ ਪੁਲਿਸ ਫੜ ਲੇਗੀ, ਕੋਈ ਗੱਲ ਨਹੀਂ। ਇੱਕ ਪਾਸੇ ਤੁਸੀਂ ਕਹਿੰਦੇ ਵੀ ਅਸੀਂ ਇਹ ਕੰਮ ਕੀਤਾ, ਅਸੀਂ ਆਪ ਜਾ ਕੇ ਸੈਂਟਰ ਕਰਦੇ, ਦੱਸੋ ਜੀ ਕੀ ਗੱਲ। ਤੇ ਦੂਜੇ ਪਾਸੇ ਤੁਸੀਂ ਕਹਿੰਦੇ ਨਹੀਂ ਜੀ ਉਹ ਨਹੀਂ ਨਿਹੰਗ ਜਾਗੇ, ਅਸੀਂ ਜੋ ਮਰਜ਼ੀ ਹੈਗਾ ਜੀ। ਇਸ ਕਰਕੇ 4 ਬੰਦੇ ਤੁਸੀਂ ਟੰਗ ਤੇ 4 ਬੰਦੇ ਉਹੀ ਪਰੇ ਤੇ ਖੜੇ ਕੀਤੇ ਤੇ ਕਿੰਨਾ ਚੰਗਾ ਹੁੰਦਾ। ਇੱਕ ਪਾਸੇ ਰਾਜਾ ਰਾਜ ਸਿੰਘ ਜੀ ਕਹਿੰਦੇ ਨੇ ਕਿ ਜੇ ਅਮਨ ਗੁਨਾਹਗਾਰ ਨਿਕਲਿਆ ਤਾਂ ਇਹਨੂੰ ਵੀ ਉਹੀ ਸਜ਼ਾ ਦੇਵਾਂਗੇ। ਹੁਣ ਰਾਜਾ ਰਾਜ ਸਿੰਘ ਜੀ ਫਿਰ ਲੁਕਾਉਂਦੇ ਕਿਉਂ, ਪੁੱਛ ਪੜਤਾਲ ਕਰ ਲੈਂਦੇ ਨੇ ਨਿਹੰਗ ਕੋ, ਬਿਲਕੁਲ ਅਮਨ ਕੋਲ। ਵੇਖੋ ਦੋਹਰੀ ਗੱਲ ਆ ਗਈ ਨਾ, ਹੁਣ ਫਿਰ ਦੋਹਰੀ ਗੱਲ ਆ ਗਈ। ਅੱਛਾ ਚਲੋ, ਗੱਲ ਕਰ ਰਹੇ ਸੀ ਤੁਸੀਂ ਜਿਹੜੀ ਮਤਲਬ ਹਵਨ ਕੁੰਡ ਤਿਆਰ ਕੀਤਾ ਗਿਆ ਸੀਗਾ ਮਾਸਟਰ ਤਾਰਾ ਸਿੰਘ ਨੇ, ਔਰ ਕਿਆ ਬਾਤ ਹੈ ਮਾਸਟਰ ਸੰਤ ਫਤਿਹ ਸਿੰਘ, ਉਹਨਾਂ ਨੇ ਬੜਾ ਕੁਝ ਕਰ ਲਿਆ। ਉਦੋਂ ਫਿਰ ਸਹੁੰਆਂ ਖਾ ਕੇ ਤੇ ਐਨ ਮੁੱਕਰ ਗਏ। ਪਰ ਕਿਤੇ ਆਉਣ ਵਾਲੀਆਂ ਜਨਰੇਸ਼ਨ, ਆਉਣ ਵਾਲੀਆਂ ਕਿਤੇ ਪੀੜ੍ਹੀਆਂ, ਸਾਡਾ ਆਉਣ ਵਾਲਾ ਕਿਤੇ ਵੰਸ਼ ਇਹ ਨਾ ਸੋਚੇ ਕਿ ਸਾਡੇ ਵੱਡ ਵਡੇਰੇ ਜਿਹੜੇ ਨੇ ਉਹ ਬਸ ਹਵਾ 'ਚ ਤਲਵਾਰਾਂ ਮਾਰਦੇ ਨੇ, ਕਹਿਣੀ ਤੇ ਕਰਨੀ ਤੇ ਪੂਰੇ ਨਹੀਂ ਸੀ। ਪਰ ਉਸ ਨੂੰ ਨੇਪਰੇ ਚਾੜਨ ਵਾਸਤੇ ਦਰਸ਼ਨ ਸਿੰਘ ਫੇਰੂਮਾਨ ਨੇ ਜਿਹੜਾ ਸੀ ਉਹ ਮਰਨ ਵਰਤ ਰੱਖਿਆ ਸੀ। ਤੇ ਉਸ ਵਕਤ ਸਮੇਂ ਦੀ ਜਿਹੜੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ, ਉਹਨੇ ਬਹੁਤ ਕੁਝ ਕੀਤਾ ਸੀ। ਈਵਨ ਦੋ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨਾਂ ਕੀ ਸੀ ਉਹਨਾਂ ਦਾ, ਮੈਨੂੰ ਚੇਤਾ ਭੁੱਲ ਗਿਆ, ਸ਼ਾਇਦ ਤੁਹਾਨੂੰ ਯਾਦ ਹੋਊਗਾ, ਉਹਨਾਂ ਨੂੰ ਵੀ ਭੇਜਿਆ ਸੀ। ਕਹਿੰਦੇ ਸੀ ਇਹ ਹੁਣ ਸਿੱਖ ਦੀ ਅਰਦਾਸ ਹੈ, ਇਹ ਗੁਰੂ ਦੇ ਸਿੱਖ ਦੀ ਅਰਦਾਸ, ਇਹ ਤਾਂ ਪੂਰੀ ਹੋਊਗੀ। 67 ਦਿਨ ਆਈ ਥਿੰਕ ਉਹਨਾਂ ਨੂੰ, ਆਖਰੀ ਅੱਜ 27 ਤਰੀਕ ਆ, ਯਾਦ ਆ ਰਹੀ ਉਹਨਾਂ ਦੀ, ਕਿ ਅਕਾਲੀਆਂ ਨੇ ਇਸ ਸ਼ਹਾਦਤ ਦੇ ਮੌਕੇ 'ਤੇ ਜਾਂ ਜਿਹੜੇ ਵੀ ਪੰਥਕ ਜਥੇਬੰਦੀਆਂ ਨੇ ਉਹਨਾਂ ਨੂੰ ਕਿਤੇ ਯਾਦ ਕੀਤਾ? ਅਕਾਲੀ ਨੇ ਕਦੇ ਵੀ ਯਾਦ ਨਹੀਂ ਕਰਦੇ। ਅਕਾਲੀ ਬਾਦ ਸੰਤ ਜਿਹੜੇ ਦਰਸ਼ਨ ਸਿੰਘ ਫੇਰੂਮਾਨ ਸੀ ਕਦੇ ਵੀ ਯਾਦ ਨਹੀਂ ਕਰਦੇ। ਅੱਜ ਦਾ ਦਿਨ ਹੈ, ਅੱਜ ਦੇ ਦਿਨ ਆਈ ਥਿੰਕ 1967। ਬਿਲਕੁਲ 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 1969 ਦੀ ਗੱਲ ਹੈ। 73 ਸੌਰੀ, ਹਾਂਜੀ। 27 ਅਕਤੂਬਰ 1969 ਨੂੰ ਬਕਾਇਦਾ ਤੌਰ ਤੇ ਉਹਨਾਂ ਦੀ ਜਿਹੜੀ ਚੜ੍ਹਾਈ ਕੀਤੀ ਸੀਗੇ। ਪੰਜਾਬ ਦੀ ਸਰਕਾਰ ਕਿਹਦੀ ਸੀ? ਕਾਲੀਆਂ ਦੀ, ਜਸਟਿਸ ਗੁਰਨਾਮ ਸਿੰਘ ਦੀ। ਕਾਲੀਆਂ ਦੀ ਸਰਕਾਰ ਸੀ ਤੇ ਕਾਲੀਆਂ ਦੀ ਸਰਕਾਰ ਨੇ ਕੇਸ ਬੈਂਸ ਡਿਪਟੀ ਕਮਿਸ਼ਨ ਅੰਮ੍ਰਿਤਸਰ ਨੂੰ ਇਹ ਹਦਾਇਤ ਕੀਤੀ, ਭਾਈ ਇਹਦੀ ਲਾਸ਼ ਚੁੱਕ ਇਹਦੇ ਪਿੰਡ ਲੈ ਜਾ, ਉੱਥੇ ਜਨਤਾ ਨਹੀਂ ਇਕੱਠੀ ਹੋਣ ਦੇਣੀ, ਇਹਦੇ ਪਰਿਵਾਰਕ ਮੈਂਬਰ ਆਉਣ ਤੇ ਸੰਸਕਾਰ ਕਰਕੇ ਚਲੇ ਜਾ। ਮੈਨੂੰ ਯਾਦ ਉਸ ਦਿਨ ਮੈਂ ਸਟੇਸ਼ਨ ਤੇ ਸੀ, ਮੇਰੀ ਉਮਰ 10-12 ਸਾਲ ਉਦੋਂ ਹੋਊਗੀ। ਬਕਾਇਦਾ ਤੌਰ ਤੇ ਜਿਹੜੀ 11:45 ਕੇ 12 ਵਜੇ ਟ੍ਰੇਨ ਚੱਲਦੀ ਸੀ ਅੰਮ੍ਰਿਤਸਰ ਤੋਂ ਫਲਾਈਂਗ ਮੇਲ, ਉਹਦੇ ਚ ਲਾਸ਼ ਰੱਖੀ ਗਈ ਸੀ ਉਹਦੀ। ਅੱਗੇ ਬਿਆਸ ਲਾਈ ਜਾਂ ਬਟਾਲੀ ਲਾਈ, ਮੈਨੂੰ ਕੋਈ ਜਾਣਕਾਰੀ ਨਹੀਂ ਬਾਰੇ। ਇੱਕ ਤੇ ਮੇਰੀ ਉਮਰ ਛੋਟੀ ਸੀਗੀ ਤੇ ਇੱਕ ਮੈਂ ਉਹ ਇਹਦੀ ਅੱਖੀ ਵੇਖੀ ਸੀ, ਮੈਂ ਕੀ ਹੋਇਆ, ਕਹਿੰਦੇ ਜੀ ਫੇਰੂਮਾਨ ਦੀ ਜਿਹੜੀ ਉਹ ਲਾਸ਼ ਲੈ ਕੇ ਆ ਰਿਹਾ। ਉੱਥੇ ਜਿਹੜੇ ਸੀ ਕਿਸੇ ਨੂੰ ਉਹਦੇ ਸੰਸਕਾਰ ਨਹੀਂ ਜਾਂ ਕਾਲੀ ਸਰਕਾਰ ਨੇ ਵੀ ਕੋਈ ਲੋਕ ਨਹੀਂ ਇਕੱਠੇ ਹੋਏ ਸੀ ਉੱਥੇ। ਬਕਾਇਦਾ ਤੌਰ ਤੇ ICS ਕਪੂਰ ਸਿੰਘ ਤੇ ਗਿਆਨ ਸਿੰਘ ਰਾਣੇਵਾਲਾ 2 ਬੰਦੇ ਗਏ ਸੀ ਉੱਥੇ। ਉਹ ਵੱਜਦੇ ਵਜਾਉਂਦੇ ਪੁੱਜ ਗਏ ਤੇ ਉਹਨਾਂ ਤੇ ਕਾਲੀ ਸਰਕਾਰ ਨੇ ਮੁਕੱਦਮਾ ਦਰਜ ਕੀਤਾ ਸੀ ਵੀ ਤੁਸੀਂ ਕਿਵੇਂ ਚੱਲੇ ਗਏ ਉੱਥੇ। 73 ਦਿਨ ਉਹ ਬੈਠਾ ਰਿਹਾ ਹਸਪਤਾਲ ਦੇ ਉੱਤੇ, ਸੈਂਟਰਲ ਜੇਲ੍ਹ ਦੇ ਬਾਹਰ ਬੈਠਾ ਰਿਹਾ। ਜਦੋਂ 73 ਦਿਨ ਤੋਂ ਬਾਅਦ ਉਹਦੀ ਡੈਥ ਹੋਈ ਹੈ 74ਵੇਂ ਦਿਨ, ਔਰ ਉਸ ਬੰਦੇ ਨੂੰ ਜਿਹੜੇ ਸੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆ ਮਨਾਉਣ ਵਾਸਤੇ ਵੀ ਤੂੰ ਜਾਣਦੇ ਭੁਪਿੰਦਰ ਸਿੰਘ। ਹਾਂਜੀ ਭੁਪਿੰਦਰ ਸਿੰਘ, ਹਾਂ ਭੁਪਿੰਦਰ ਸਿੰਘ ਯਾਦ ਆ ਗਿਆ। MP ਬਣੇ ਜਿਵੇਂ ਕਾਂਗਰਸ ਵੀ ਰਹੇ, ਬਣਨਾ ਹੀ ਸੀ, ਫਿਰ ਤਾਂ ਬਣਨਾ ਸੀ। ਇਸ਼ਾਰਾ ਕਿਹਦਾ ਸੀ ਬਣਾਉਣ ਵਾਸਤੇ? ਉੱਤੋਂ ਸੈਂਟਰ ਦਾ। ਬਿਲਕੁਲ ਜੀ, ਉਹ ਗਿਆ ਸੀ ਉੱਥੇ ਤੇ ਉਹਨੇ ਕਿਹਾ ਵੀ ਤੁਹਾਡੇ ਸੰਤ ਫਤਿਹ ਸਿੰਘ ਜਿਹਨੂੰ ਗੰਗਾਨਗਰ ਤੋਂ ਲਿਆ ਕੇ ਤੁਸੀਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਸੀਗਾ, ਸੰਡੇ ਕੁੱਟਦਾ ਹੁੰਦਾ ਸੀ ਉੱਥੇ,
ਉਹਨੂੰ ਲਿਆ ਕੇ ਤੁਸੀਂ ਪ੍ਰਧਾਨ ਬਣਾਇਆ ਤੇ 3 ਵਾਰੀ ਉਹਨੇ ਸਾਡੇ ਨਾਲ ਸੀ ਜਿਹੜੀ ਵੀ ਸਾਡੇ ਦਾ ਮਜ਼ਾਕ ਕੀਤਾ ਸਿੱਖ ਕੌਮ ਦਾ। 3 ਵਾਰੀ ਮਰਨ ਵਰਤ ਰੱਖਿਆ, 3 ਵਾਰੀ ਛੱਡਿਆ ਵੀ ਮੈਂ ਪੰਜਾਬ ਦੀਆਂ ਮੰਗਾਂ ਵਾਸਤੇ ਲੜ ਰਿਹਾ। ਹਵਨਕੁੰਡ ਬਣਾਏ, ਅਕਾਲ ਤਖਤ ਹਵਨਕੁੰਡ ਰੋਲ ਜਗ੍ਹਾ ਹੈਗੀ। ਉਹਨੇ ਕਿਹਾ ਮੇਰੀ ਲੜਾਈ ਇਹ ਹੈ ਨਾ। ਉਹ 2 ਗੱਲਾਂ ਸੀ ਉਹਦੀਆਂ। ਇੱਕ ਗੱਲ ਤੇ ਸੀ ਕਿ ਸੰਤ ਫਤਿਹ ਸਿੰਘ ਨੇ ਗਦਾਰੀ ਕੀਤੀ, ਕੌਮ ਨਾਲ ਅਰਦਾਸ ਕਰਕੇ ਆਪਣੀ ਅਰਦਾਸ 3 ਵਾਰੀ ਭੰਗ ਕੀਤੀ ਉਹਨੇ। ਦੂਸਰੀ ਪੰਜਾਬ ਦੀਆਂ ਮੰਗਾਂ ਜਿਉਂਦੀਆਂ ਤਿਉਂ ਖੜੀਆਂ ਤੇ ਕਹਿੰਦਾ ਸੀ ਸੰਤ, ਉਹਨੂੰ ਕਿਹਾ ਵੀ ਮਹਾਰਾਜ ਤੁਸੀਂ ਮਹਾਨ ਸ਼ਖਸੀਅਤ ਹੋ, ਬਾਬਾ ਬੁੱਢਾ ਦੀ ਜਗ੍ਹਾ ਤੇ ਬੈਠੇ ਹੋ, ਤੁਸੀਂ ਸਰਕਾਰ ਕੋਲ ਲਿਖਵਾ ਕੇ ਦੇ ਦਿਓ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਵਾ, ਭਾਖੜਾ ਪੰਜਾਬ ਦਿੱਤਾ ਤੇ ਪੰਜਾਬੀ ਬੋਲਦੇ ਇਲਾਕੇ ਤੇ ਦਿੱਤੇ ਤੇ ਮੈਂ ਹੁਣੇ ਛੱਡ ਦਿੰਦਾ ਲਿਖਵਾ ਕੇ ਤੁਹਾਡੇ ਕੋਲ। ਜੇ ਨਹੀਂ ਤੇ ਫਿਰ ਤੁਸੀਂ ਜਾਣਦੇ ਹੋ ਜਦੋਂ ਇੱਕ ਖਾਲਸੇ ਨੇ ਅਰਦਾਸ ਕੀਤੀ ਅਕਾਲ ਤਖਤ ਤੇ ਖਲੋ ਕੇ, ਉਹ ਫਿਰ ਕੀ ਕਰਦਾ ਮੈਂ ਤੇ ਫਿਰ ਆਪਣੀ ਅਰਦਾਸ ਪਕਾਉ ਜੀ। ਰਾਤ ਨੂੰ ਮੇਰੇ ਕੋਲ ਕਵਿਸ਼ਰੀ ਵਾਰ ਹੈ ਜੋਗਾ ਸਿੰਘ ਜੋਗੀ ਹੋਣਾ ਦੀ, ਜਿਹਦੇ ਵਿੱਚ ਬੜਾ ਉਹਨਾਂ ਨੇ ਡਿਟੇਲ ਦੇ ਵਿੱਚ ਜ਼ਿਕਰ ਕੀਤਾ ਹੈ। ਕੋਸ਼ਿਸ਼ ਕਰਾਂਗਾ ਤੁਹਾਨੂੰ ਸੁਣਾਵਾਂ। ਤੇ ਹੁਣ ਪੱਟੀ ਸਾਹਿਬ ਤੋਂ ਲੈਂਦੇ ਆ ਆਗਿਆ ਤੇ ਦਿਓ ਛੁੱਟੀਆਂ। ਪੱਟੀ ਸਾਹਿਬ ਰਾਤ ਨੂੰ ਮਿਲਦੇ ਆ, ਰੱਬ ਰਾਖਾ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।